ਤੁਹਾਡੀ ਸਿਹਤ ਪਹਿਲੇ ਤੇ ਬਹੁਤ ਅੱਛੀ ਸੀਗੀ ਤੇ ਇਹ ਸਾਰੇ ਮਾਮਲਾਤ ਕੀ ਸੀਨ ਪਾਰਟ ਹੋਇਆ, ਕਿਸ ਤਰ੍ਹਾਂ ਮਾਮਲਾਤ ਹੋਏ? ਉੱਥੇ ਜਾ ਕੇ ਮੇਰੀ ਹਾਲਾਤ ਹੋਈ ਆ ਕਿ ਮੈਂ ਨਸ਼ਾ ਨਹੀਂ ਕਰਦਾ, ਕਿ ਮੇਰੀ ਉੱਥੇ ਜਾ ਕੇ ਇਦਾਂ ਦੇ ਹਾਲਾਤ ਹੋਏ ਆ। ਤੇ ਜੇਕਰ ਮੈਂ ਆਪਣੇ ਸਾਰੇ ਦੋਸਤਾਂ ਭਰਾਵਾਂ ਨੂੰ ਕਹਿਣਾ ਵਾ ਕਿ ਤੁਸੀਂ ਡੰਕੀ ਤੋਂ ਕੋਈ ਯਾਨੀ ਕਿ ਹੱਡੀਆਂ ਨਹੀਂ ਆ ਰਿਹਾ ਸੀਗਾ, ਤਕਰੀਬਨ ਮੰਗਵਾਈ ਜਾ ਰਹੇ ਸੀ, ਕੋਈ ਕਦੀ 20,000 ਕਦੀ 30,000 ਮੰਗਵਾਈ ਜਾ ਰਹੀ, ਸਭ ਹੋਏਗਾ। सब रले मिले, तुर्की भी रली, ईरान भी रलिया वा, सब गरीब आम दा खून चूसदी घुम घुमा के देख जावे। लेकिन उत्ते पानी दी भी किल्लत, रोटी दी भी किल्लत, सब दी किल्लत सीगी। कहंदे कि जिंदे को पैसे ज्यादा सीगे, जिंदे को 10 लाख सी 12 लाख सीगा, वो अस्सलाम वालेकुम नाज़रीन, मेरा नाम राना मुजाहिद अली है और आप मुझे यूट्यूब, फेसबुक और टिकटॉक पर देखते हैं। नाज़रीन, पाकिस्तान से काफ़ी लोग डंकी लगाकर यूरोप जाने की कोशिश करते हैं और कई लोग जो है वो रास्ते में ख़तरनाक रास्ते होते हैं, कई लोग पानी आबी रास्ते से जाते हैं और कई लोग पहाड़ों के ज़रिए जाते हैं, ज़मीनी रास्ते से जाते हैं। तो दोनों रास्तों में बहुत सी दुश्वारियाँ होती हैं जिसकी वजह से बहुत से लोग जो है जान बहक हो जाते हैं मौके पर ही। और क्या कुछ होता है उसमें, कई लोग अपनी मंजिल पर पहुँच भी जाते हैं। तो आज खास तौर पर अपना व्लॉग इसी टॉपिक पर शुरू करने जा रहे हैं, जिसमें मैं आपको पढ़ी लिखी बातें नहीं कर रहा बल्कि एक ऐसे बंदे के साथ मिलाना चाहता हूं जो हमारे साथ इस वीडियो में शामिल हैं अलीम साहब। अस्सलाम वालेकुम अलीम साहब। अलीम साहब की हाल चाल ठीक हो? अल्लाह का तुसी सुनाओ। अलीम साहब कित्थे दे राशी हो तुसी? सही बात है। अच्छा अलीम साहब, डंकी दे मामले ते आपां बाद चों आने आ, सारियां गल्लां बातां करदे हैं। तुहानू मशवरा किन्ने दिता सी कि तुसी जनाब डंकी लगाओ ते उत्थे जाओ? मशवरा तो किसी ने दिता, बस शौक सीगा यूरोप जान दा। तुहानू यूरोप जान दा शौक सीगा। अच्छा, आपां अगली गल ते बाद चो करांगे। नाज़रीन, पहले इन्हां को ये पुछ लेने आ कि तुहाडा वो शौक पूरा होया कि नहीं होया? शौक पूरा गया तो सीगा, लेकिन अगों तो पूरा नहीं किया कि उन्होंने अगों फड़ लेके बॉर्डर पे वापस भेजता। चलो ठीक है, ਆਪਾਂ ਮਾਮਲਾ ਨਾਲ ਦੁਬਾਰਾ ਆਨੇ ਆ। ਤੁਸੀਂ ਮੈਨੂੰ ਇਹ ਦੱਸੋ ਕਿ ਇਬਤਦਾ ਕਿੱਥੋਂ ਹੋਈ ਤੁਹਾਡਾ, ਜਦੋਂ ਤੁਸੀਂ ਇਹ ਫੈਸਲਾ ਕਰ ਲਿਆ ਕਿ ਤੁਸੀਂ ਯੂਰਪ ਜਾਣਾ ਹੈ ਤੇ ਤੁਸੀਂ ਇੱਥੇ ਕਿਹੜੇ ਏਜੰਟ ਦੇ ਨਾਲ ਰਾਬਤਾ ਕੀਤਾ? ਏਜੰਟ ਹੈਗਾ ਸੀ, ਅਸੀਂ ਫੇਸਬੁੱਕ ਤੋਂ ਫੜਿਆ ਸੀਗਾ ਤੇ ਰਾਣਾ ਨਦੀਮ ਸੀਗਾ, ਉਹਨੂੰ ਅਸੀਂ ਸਿਰਫ ਸ਼ਕਲ ਨਹੀਂ ਵੇਖੀ ਸੀ, ਨਾਮ ਜਾਣਦੇ ਸੀਗੇ, ਉਹਦਾ ਫੋਨ ਤੇ ਰਾਬਤਾ ਹੁੰਦਾ ਸੀਗਾ। ਉਹਨੇ ਸਾਨੂੰ ਕਿਹਾ ਕਿ ਤੁਸੀਂ ਨਾ ਈਰਾਨ ਦੀ ਡੰਕੀ ਲਾਣੀ ਹੈ ਤੇ ਈਰਾਨ ਦਾ ਸਾਨੂੰ ਵੀਜ਼ਾ ਲੱਭ ਕੇ ਸਸਤਾ, ਤੇ ਅਸੀਂ ਈਰਾਨ ਦਾ ਵੀਜ਼ਾ ਲੈ ਲਿਆ। ਉਸ ਤੋਂ ਬਾਅਦ ਅਸੀਂ ਕੋਟੇ ਗਏ ਵਾ, ਕੋਟੇ ਤੋਂ ਅਸੀਂ ਕੋਈ ਹਫ਼ਤਾ 4 ਦਿਨ ਸਟੇ ਕੀਤਾ। ਉਸ ਤੋਂ ਬਾਅਦ ਅਸੀਂ ਤਾਪਤਾਮ ਬਾਰਡਰ ਗਏ ਵਾ, ਉੱਥੋਂ ਕ੍ਰਾਸ ਕੀਤਾ ਵਾ। ਫਿਰ ਉਸ ਤੋਂ ਬਾਅਦ ਉਹਨੇ ਸਾਨੂੰ ਫੜ ਲਿਆ ਵਾ ਤੇ ਉਹਨਾਂ ਦੇ ਈਰਾਨ ਦੇ ਏਜੰਟਾਂ ਨੇ, ਉਹਨਾਂ ਨੇ ਸਾਨੂੰ ਅੱਗੇ ਨਹੀਂ ਮਾਜ਼ਰਤ ਦੇ ਨਾਲ ਰੁਕਿਓ ਜ਼ਰਾ, ਤੁਸੀਂ ਮੈਨੂੰ ਇਹ ਤਫਸੀਲ ਦੱਸੋ ਕਿ ਜਦੋਂ ਤੁਸੀਂ ਏਜੰਟ ਨਾਲ ਰਾਬਤਾ ਹੋਇਆ ਤੁਹਾਡਾ, ਉਹਨੇ ਤੁਹਾਨੂੰ ਇਹ ਕਿਹਾ ਕਿ ਤੁਸੀਂ ਸਭ ਤੋਂ ਪਹਿਲੇ ईरान ਜਾਣਾ ਹੈ? ਹਾਂਜੀ, ईरान ਕ੍ਰਾਸ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਅੱਗੇ ਜਾਣਾ ਹੈ? ਬਿਲਕੁਲ ਏਦਾਂ। ਤੇ ਜਿਹੜਾ ईरान ਦਾ ਮਾਮਲਾ ਸੀ, ਵੀਜ਼ਾ ਵਗੈਰਾ ਤੇ ਉਹ ਸਾਰਾ ਪ੍ਰੋਸੀਜਰ ਕਿੰਨੇ ਕੀਤਾ? ਉਹ ਸਾਡੇ 'ਚ ਇੱਕ ਬੰਦਾ ਸੀਗਾ ਕਾਸ਼ਫ ਸਾਹਿਬ, ਉਹਨਾਂ ਨੇ ਕੀਤਾ ਸੀਗਾ ਤੇ ਉਹਨਾਂ ਨੇ ਸਾਡੇ ਯਾਨੀ ਕਿ ਅਸੀਂ ਤਕਰੀਬਨ 4 ਬੰਦੇ ਸੀਗੇ। ਅੱਛਾ, 4 ਬੰਦੇ ਸੀਗੇ ਤੇ ਸਾਡੇ ਚਾਰਾਂ ਦਾ ईरान ਦਾ ਵੀਜ਼ਾ ਉਸ ਇੱਕ ਬੰਦੇ ਨੇ ਕਾਸ਼ਫ ਨੇ ਲਵਾਇਆ ਸੀਗਾ। ਤੇ ਉਹ ਕਹਿੰਦਾ ਤੁਹਾਡਾ ਅਸੀਂ ਆਪਾਂ ईरान ਦਾ ਵੀਜ਼ਾ ਲਾਤਾ ਵਾ, ਆਪਾਂ ईरान ਦੇ ਸਹੀ ਤਰੀਕੇ ਨਾਲ ਜਾਵਾਂਗੇ। ਲੇਕਿਨ ਉਹ ਕਾਸ਼ਫ ਤੁਸੀਂ ਮੈਨੂੰ ਦੱਸੋ ਏਜੰਟ ਦਾ ਕੋਈ ਤਲਕ ਨਹੀਂ, ਸੀਗਾ? ਉਹ ਦੋਸਤ ਹੀ ਹੈ ਸਾਡਾ। ਅੱਛਾ, ਤੁਹਾਡਾ ਦਾਤੀ ਦੋਸਤ ਹੀ ਹੈ। ਠੀਕ ਹੈ। ਤੇ ਉਹਨੇ ਨਾ ਫਿਰ ਅੱਗੇ ਅਸੀਂ ਜਦੋਂ ਸਾਨੂੰ ਉਹਨਾਂ ਨੇ ਨਾ ईरान ਬਾਰਡਰ ਤੇ ਜਾ ਕੇ ਜਦੋਂ ਫੜਿਆ ਨਾ ਤਹਿਰਾਨ ਸ਼ਹਿਰ ਦੇ ਵਿੱਚ, ਉਸ ਤੋਂ ਬਾਅਦ ਸਾਡੀ ਮੁਸ਼ਕਲ ਵੱਧ ਗਈ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਨਾ ਕੋਈ ਇਦਾਂ ਯਾਨੀ ਕਿ ਬਲੈਕਮੇਲ ਕਰਨ ਲੱਗ ਪਏ ਕਿ ਅੱਛਾ ਤੁਸੀਂ ਰੁਕਿਓ ਜ਼ਰਾ, ਨਾਜ਼ਰੀਨ ਨੂੰ ਆਪਾਂ ਜਿਹੜੇ ਆਪਣੇ ਨਾਜ਼ਰੀਨ ਦੇਖ ਰਹੇ ਆ ਉਹਨਾਂ ਨੂੰ ਵਜ਼ਾਹਤ ਦਿੰਨੇ ਆ ਇਸ ਗੱਲ ਦੀ। ਜਦੋਂ ਤੁਸੀਂ ईरान ਪਹੁੰਚੇ, ਹਾਂਜੀ, ਉਸ ਤੋਂ ਬਾਅਦ ਤੁਸੀਂ ਤਹਿਰਾਨ ਸ਼ਹਿਰ ਜਿਹੜਾ ईरान ਦਾ ਹੈਗਾ, ਜਿਹੜਾ ਇਸ ਟਾਈਮ ਜੰਗ ਦੀ ਜ਼ਦ ਚ ਆਇਆ ਹੋਇਆ ਹੈ, ਉਸ ਸ਼ਹਿਰ ਦੇ ਵਿੱਚ ਤੁਸੀਂ ਠਹਿਰੇ ਹੋ? ਹਾਂਜੀ, ਉੱਥੇ। ਠੀਕ ਹੈ, ਉੱਥੇ ਯਾਨੀ ਕਿ ਤੁਹਾਨੂੰ ਉਹਨੇ ਏਜੰਟ ਨੇ ਕਿਹਾ ਕਿ ਫਲਾਂ ਜਗ੍ਹਾ ਤੇ ਤੁਸੀਂ ਸਟੇ ਕਰੋ? ਹਾਂਜੀ ਹਾਂਜੀ, ਉੱਥੇ। ਠੀਕ ਹੈ, ਤਾਂ ਹੋਟਲ ਵਗੈਰਾ ਸੀ ਕੋਈ? ਕੀ ਨਹੀਂ, ਹੋਟਲ ਨਹੀਂ ਸੀਗਾ, ਅਸੀਂ ਬੱਸ ਤੇ ਸੀਗੇ। ਜਿੱਦਾਂ ਉੱਥੇ ਤਹਿਰਾਨ ਸ਼ਹਿਰ ਦੇ ਉੱਤੇ ਉਤਰੇ ਆ, ईरान ਦਾ ਏਜੰਟ ਆਇਆ, ਉਹਨੇ ਸਾਨੂੰ ਗੱਡੀ 'ਚ ਲੈ ਕੇ ਨਾ ਨਿਕਲ ਗਿਆ। ਉਸ ਤੋਂ ਬਾਅਦ ਸਾਨੂੰ ਤੁਰਕੀ ईरान ਦੇ ਬਾਰਡਰ ਦੇ ਕੋਲ ਸੀਗੇ, ਜਿੱਥੇ ਤਕਰੀਬਨ 200-300 ਬੰਦਾ ਸੀਗਾ। ਅਫਗਾਨੀ ਜ਼ਿਆਦਾ ਸੀਗਾ, ਅਫਗਾਨੀ ਬਹੁਤ ਜ਼ਿਆਦਾ ਸੀਗਾ, ਪਾਕਿਸਤਾਨੀ ਬਹੁਤ ਘੱਟ ਸੀਗੇ ਤੇ ਅਫਗਾਨੀ ਬਹੁਤ ਜ਼ਿਆਦਾ ਸੀਗਾ। ਤੇ
ਉਹ ਤਕਰੀਬਨ ਉਹਨਾਂ ਨੇ ਸਾਨੂੰ ਰਾਤ ਨੂੰ ਲਵਾਈ ਆ 11-12 ਵਜੇ। ਉਸ ਤੋਂ ਬਾਅਦ ਭਾਰ ਚੜਦੇ ਸੀਗੇ, ਭਾਰ ਲੱਥਦੇ ਸੀ, ਯਾਨੀ ਕੋਈ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀਗੇ ਕਿ ਅਸੀਂ ਸਾਡਾ ਉਹ ਉੱਥੇ ਉਹਨਾਂ ਨੇ ਸਾਨੂੰ ਡੰਗਰ ਸਮਝਿਆ ਸੀਗਾ ਕਿ ਮਾਰਦੇ ਸੀਗੇ। ਯਾਨੀ ਕਿ ਜਿੱਥੇ ਅਸੀਂ ਥੱਕ ਜਾਂਦੇ ਜਾਂ ਸਾਹ ਚੜਦਾ ਸੀਗਾ ਉਹ ਮਾਰਨ ਲੱਗ ਪੈਂਦੇ ਸੀਗੇ। ਇਹ ਸਾਰੇ ਏਜੰਟ ਦੇ ਬੰਦੇ ਸੀ ਈਰਾਨ, ਉਸ ਏਜੰਟ ਦੇ ਨਾਲ ਮੁਨਸਲਿਕ ਸੀਗੇ, ਈਰਾਨ ਦੇ ਬੰਦੇ ਸੀਗੇ ਵੈਸੇ। ਹਾਂਜੀ ਹਾਂਜੀ। ਇਹਨਾਂ ਨੇ ਹੁਣ ਤੁਹਾਨੂੰ ਬਾਰਡਰ ਕ੍ਰਾਸ ਕਰਵਾਉਣਾ ਸੀਗਾ। ਠੀਕ, ਫਿਰ ਕੀ ਹੋਇਆ? ਉਹਦਾ ਤਾਂ ਉਹ ਗਰੁੱਪ ਬਣਿਆ ਹੁੰਦਾ ਵਾ, ਉਹ ਗਰੁੱਪ ਦੇ ਵਿੱਚ ਉਹ ਸਾਰਾ ਯਾਨੀ ਕਿ ਉਹਦਾ ਦਾ ਬੋਸ ਇੱਕ ਹੀ ਹੁੰਦਾ ਵਾ, ਉਹ ਪਾਕਿਸਤਾਨੀ ਬੋਸ ਹੁੰਦਾ ਵਾ। ਉਹਨਾਂ ਨੇ ਜਿਹੜਾ ਬਾਰਡਰ ਕ੍ਰਾਸ ਕਰਨਾ, ਉਹਨਾਂ ਨੇ ਜੇਕਰ ਬਾਰਡਰ ਕ੍ਰਾਸ ਕਰਤਾ, ਜਦੋਂ ਅਸੀਂ ਪਹੁੰਚਣ ਲੱਗੇ ਆ ਤੇ ਤੁਰਕੀ ਦੀ ਫੌਜ ਨੇ ਹਵਾਈ ਫਾਇਰ ਛੱਡਤਾ। ਉਹਨਾਂ ਨੇ ਜਦੋਂ ਹਵਾਈ ਫਾਇਰ ਛੱਡਿਆ ਨਾ ਤੇ ਸਾਰੇ ਅੱਗੇ ਪਿੱਛੇ ਭੱਜ ਗਏ ਤੇ ਮੈਨੂੰ ਕੋਈ ਰਾਹ ਨਹੀਂ ਨਜ਼ਰ ਆ ਰਿਹਾ ਤੇ ਮੈਂ ਪਿੱਛੇ ਜਾਵਾਂ ਜਾਂ ਅੱਗੇ ਜਾਵਾਂ। ਧੁੱਪ ਨੇ ਦਾ ਸੀਗਾ, ਕੋਈ ਨਹੀਂ ਕੁਛ ਨਹੀਂ ਨਜ਼ਰ ਆ ਰਿਹਾ ਸੀਗਾ। ਇਹ ਰਾਤ ਦਾ ਟਾਈਮ ਸੀ? ਰਾਤ ਦਾ ਟਾਈਮ ਸੀਗਾ। ਅੱਛਾ ਅਲੀਮ ਸਾਹਿਬ, ਤੁਸੀਂ ਇੱਕ ਹੋਰ ਗੱਲ ਦੱਸੋ, ਤੁਸੀਂ ਪਾਕਿਸਤਾਨ ਚੋਂ ਕਿੰਨੇ ਬੰਦੇ ਸੀਗੇ? ਪਾਕਿਸਤਾਨ ਚ ਅਸੀਂ 4 ਬੰਦੇ ਗਏ ਸੀਗੇ। ਅੱਛਾ। ਆਪਸ ਚ ਦੋਸਤ ਹੀ ਗਏ ਸੀਗੇ। ਅੱਛਾ। ਤੇ ਉਹਦੇ ਵਿੱਚ ਯਾਨੀ ਕਿ ਨਾ ਇੱਕ ਅੱਗੇ ਪਹੁੰਚ ਗਿਆ ਸੀਗਾ, ਜਿਹਦਾ ਕਾਸ਼ਰ ਸਾਹਿਬ ਸੀ ਨਾ, ਉਹ ਅੱਗੇ ਚਲ ਗਏ। ਉਹਨਾਂ ਨੇ ਨਾ ਉਹ ਲੇਕਿਨ ਉਹ ਵੀ ਉਹਨੂੰ ਵਾਪਸ ਭੇਜਤਾ ਉਹਨਾਂ ਨੇ। ਤੇ ਉਹਨਾਂ ਨੇ ਨਾ ਕਿਹਾ ਕਿ ਇਹ ਅੱਗੇ ਨਹੀਂ ਜਾ ਸਕਦੇ ਤੇ ਅਸੀਂ ਫੌਜ ਤੁਰਕੀ ਨੇ ਰੋਕ ਕੇ ਨਾ ਉਹਨਾਂ ਨੇ ਅੱਗੇ ਨਹੀਂ ਜਾ ਸਕਦੇ। ਠੀਕ ਹੈ। ਉੱਥੇ ਤੁਹਾਨੂੰ ਬਾਰਡਰ ਤੇ ਤੁਰਕੀ ਦੀ ਫੌਜ ਨੇ ਰੋਕ ਲਿਆ? ਹਾਂਜੀ ਹਾਂਜੀ। ਤੇ ਜਿਹੜੇ ਏਜੰਟ ਤੁਹਾਡੇ ਨਾਲ ਸੀ ਉਹ ਕਿੱਥੇ ਗਏ? ਉਹ ਭੱਜ ਗਏ ਉਸ ਟਾਈਮ ਚਲੇ ਗਏ? ਭੱਜ ਗਏ ਸੀਗੇ, ਉਹ ਨਹੀਂ ਕਾਬੂ ਆਏ। ਤੇ ਉਸ ਤੋਂ ਬਾਅਦ ਸਾਨੂੰ ਈਰਾਨ ਦੀ ਫੌਜ ਨੇ ਫੜਿਆ। ਈਰਾਨ ਦੀ ਫੌਜ ਨੇ ਸਾਡੇ ਕੋਲ ਪੈਸੇ ਪੂਸੇ ਫੜੇ ਤੇ ਅੱਗੇ ਜਾਣ ਦਿੱਤਾ, ਲੇਕਿਨ ਤੁਰਕੀ ਦੀ ਫੌਜ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ। ਉੱਥੋਂ ਬਾਰਡਰ ਤੋਂ ਯਾਨੀ ਕਿ ਇੱਕ ਚੌਕੀ ਆਉਂਦੀ ਸੀ, ਚੌਕੀ ਤੋਂ ਸਾਨੂੰ ਉਹਨਾਂ ਨੇ ਵਾਪਸ ਭੇਜਤਾ। ਉਹ ਯਾਨੀ ਕਿ ਬੰਦੇ ਨੂੰ ਕੁਛ ਵੀ ਨਹੀਂ ਸਮਝ, ਮੈਂ ਖਾਲੀ ਚ ਡਿੱਗਾ ਵਾ ਤੇ ਮੈਨੂੰ ਉਹਨੇ ਕੱਢਿਆ ਵਾ। ਉਹਨੇ ਕੱਢ ਕੇ ਨਾ ਉਹਨੇ ਘੁਮਾ ਕੇ ਲੱਤ ਮਾਰੀ ਢਿੱਡ ਦੇ ਵਿੱਚ। ਮੈਂ ਉੱਥੇ ਮੇਰਾ ਕੋਈ ਵੱਸ ਨਹੀਂ ਚੱਲਦਾ ਪਿਆ ਸੀ। ਤੁਰਕੀ ਦਾ ਜਿਹੜਾ ਫੌਜੀ? ਹਾਂਜੀ। ਉਹਨਾਂ ਨੇ ਮੇਰੇ ਹੱਥੇ ਆ ਬੱਟ ਜਿਹਾ ਮਾਰਿਆ ਸਿਰ ਦੇ ਵਿੱਚ, ਮੈਨੂੰ ਕੋਈ ਨਹੀਂ ਸਮਝ ਲੱਗ ਗਈ ਇੱਥੇ ਕਿ ਵੱਜਾ ਤੇ ਮੈਂ ਬੇਹੋਸ਼ ਜਿਹਾ ਹੋ ਗਿਆ, ਮੈਨੂੰ ਨਹੀਂ ਸਮਝ, ਉੱਥੇ ਮੈਂ ਡਿੱਗ ਪਿਆ। ਤੇ ਕਿਉਂ ਉਹ ਉੱਥੇ ਬੱਚੇ ਸੀਗੇ, ਨਿੱਕੇ ਨਿੱਕੇ ਬੱਚੇ, ਔਰਤਾਂ, ਸਭ ਡੰਕੀ ਲਾਉਂਦੇ ਉੱਥੇ। ਯਾਨੀ ਤੁਹਾਡਾ ਜਿਹੜਾ ਕਾਫਲਾ ਸੀਗਾ ਉਹਦੇ ਵਿੱਚ ਪਾਕਿਸਤਾਨ ਤੋਂ ਇਲਾਵਾ ਵੀ ਹੋਰ ਵੀ ਲੋਕ? ਅਫਗਾਨੀ ਬਹੁਤ ਜ਼ਿਆਦਾ ਸੀਗਾ। ਅਫਗਾਨੀ ਲੜਕੀਆਂ, ਲੜਕੇ 80 ਸਾਲ ਦੀਆਂ ਮਾਈਆਂ। ਅੱਛਾ। ਉਹ ਸਭ ਡੰਕੀ ਲਾਉਂਦੇ ਆ, ਯਾਨੀ ਕਿ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ। ਉਹਨਾਂ ਨੇ ਸਾਰਿਆਂ ਨੂੰ ਵਾਪਸ ਭੇਜਿਆ ਕਿ ਉਹ ਮੈਂ ਤੇ ਇੱਕ ਹੀ ਆਹੀ ਚਾਹੁੰਦਾ ਵਾਂ ਕਿ ਕੋਈ ਵੀ ਨਾ ਡੰਕੀ ਲਾਵੇ। ਸਭ ਫਰਾਡ ਆ, ਸਭ ਝੂਠ ਆ। ਜਿੰਨੇ ਪੈਸੇ ਉਹ ਮੰਗਦੇ ਆ ਨਾ ਕਿ ਯਾਨੀ ਕਿ 10 ਲੱਖ 20 ਲੱਖ। ਅੱਛਾ, ਫਿਰ ਉਹ ਤੁਹਾਨੂੰ ਉਹਨਾਂ ਨੇ ਤੁਰਕੀ ਦੀ ਫੌਜ ਨੇ ਫੜ ਲਿਆ? ਫੌਜ ਨੇ ਫੜ ਲਿਆ। ਉਹਨੇ ਫੜ ਕੇ ਈਰਾਨ ਦੀ ਫੌਜ ਨੂੰ ਤੁਹਾਨੂੰ ਹਵਾਲੇ ਕਰ ਦਿੱਤਾ ਉਹਨਾਂ ਨੇ? ਹਾਂਜੀ। ਉਹਨਾਂ ਨੇ ਪਿੱਛੇ ਭਜਾਤਾ, ਮਤਲਬ ਉਹਨਾਂ ਨੇ ਕਿਹਾ ਚਲੇ ਜਾਓ ਤੁਸੀਂ ਇੱਥੋਂ, ਹੋ ਜਾਓ। ਹਾਂਜੀ। ਉਹਨਾਂ ਨੇ ਆਈਡੀ ਕਾਰਡ ਲਿਆ, ਉਹਨੇ ਆਈਡੀ ਕਾਰਡ ਦੀ ਤਸਵੀਰ ਖਿੱਚੀ, ਆਪਣੀ ਸਾਡੀ ਤਸਵੀਰ ਖਿੱਚੀ। ਉਹਨਾਂ ਨੇ ਕਿਹਾ ਕਿ ਤੁਸੀਂ ਪਿੱਛੇ ਭੱਜੋ। ਉਹ ਸੀਗਾ ਜੇਕਰ ਕੋਈ ਨਿਹਰਾ ਜਾ ਰਿਹਾ ਸੀਗਾ ਉਹਦੇ ਤੇ ਪਿੱਛੇ ਲਾ ਜਾਂਦੇ ਕੁੱਤੇ। ਉਹ ਫਿਰ ਜਦੋਂ ਕੁੱਤੇ ਲਾਉਂਦੇ ਸੀ ਨਾ ਫਿਰ ਪਿੱਛੇ ਭੱਜਦੇ ਸੀ ਬੰਦੇ। ਉਹ ਜਦੋਂ ਨਾ ਕੀ ਨਾ ਕਹਿੰਦੇ ਉਹ ਰੇਡ ਸੀਗੀ, ਆਪੇ ਬੰਦਾ ਆਪਣਾ ਰੇਡ ਜਿਆਦਾ ਬੰਦਾ ਘੁੰਮ ਘੁਮਾ ਕੇ ਡਿੱਗ ਜਾਵੇ। ਲੇਕਿਨ ਉੱਥੇ ਪਾਣੀ ਦੀ ਵੀ ਕਿੱਲਤ, ਰੋਟੀ ਦੀ ਵੀ ਕਿੱਲਤ, ਸਭ ਦੀ ਕਿੱਲਤ ਸੀਗੀ। ਯਾਨੀ ਕਿ ਜਿੰਦੇ ਕੋਲ ਪੈਸੇ ਜ਼ਿਆਦਾ ਸੀਗੇ, ਜਿੰਦੇ ਕੋਲ 10 ਲੱਖ ਸੀ, 12 ਲੱਖ ਸੀਗਾ, ਉਹ ਸਕੂਲ ਨਾ ਗਏ। ਯਾਨੀ ਕਿ ਸਭ ਮੁਲੱਬਸ ਹੈਗੇ ਆ, ਡੰਕੀ ਦੇ ਸਭ ਪਏਗਾ, ਸਭ ਰਲੇ ਮਿਲੇ। ਤੁਰਕੀ ਵੀ ਰਲੀ, ਈਰਾਨ ਵੀ ਰਲਿਆ ਵਾ, ਸਭ ਗਰੀਬ ਆਮ ਦਾ ਖੂਨ ਚੂਸਦੀ। ਅੱਛਾ ਠੀਕ ਹੈ, ਇੱਥੇ ਤੱਕ ਸਾਨੂੰ ਸਮਝ ਆ ਗਈ ਹੈ। ਤੇ ਅੱਛਾ, ਜਦੋਂ ਤੁਸੀਂ ਵਾਪਸ ਈਰਾਨ ਵੱਲ ਦੌੜ ਪਏ, ਹਾਂਜੀ, ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੋਇਆ? ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਉਹਨਾਂ ਨੇ ਕਿਹਨਾਂ ਨੇ ਜਿਹਦੇ ਏਜੰਟ ਆ ਈਰਾਨ ਦੇ ਏਜੰਟ, ਹਾਂਜੀ, ਉਹਨਾਂ ਨੇ ਸਾਨੂੰ ਕਿਹਾ ਦੁਬਾਰਾ ਲਾਓ। ਠੀਕ ਹੈ। ਅਸੀਂ ਕਿਹਾ ਕਿ ਨਹੀਂ, ਅਸੀਂ ਦੁਬਾਰਾ ਨਹੀਂ ਲਾਉਂਦੇ, ਅਸੀਂ ਘਰ ਜਾਣਾ ਵਾ। ਠੀਕ ਹੈ। ਤੇ ਜਦੋਂ ਅਸੀਂ ਕਿਹਾ ਨਾ ਕਿ ਨਹੀਂ, ਉਹ ਕਹਿੰਦੇ ਅਸੀਂ ਦੁਬਾਰਾ ਲਾਉਣੀ, ਮੈਂ ਬਿਲਕੁਲ ਹੀ ਹਿੰਮਤ ਛੱਡ ਗਿਆ ਸੀ। ਮੇਰਾ ਨਾਲ ਜਿਹੜਾ ਦੋਸਤ ਸੀ ਨਾ, ਉਹ ਹਿੰਮਤ ਛੱਡ ਗਿਆ। ਮੈਂ ਕਿਹਾ ਨਹੀਂ, ਇਹਨੂੰ ਨਾਲ ਲੈ ਕੇ ਜਾਣਾ। ਜਦੋਂ ਅਸੀਂ ਵਾਪਸ ਆਏ ਤੇ ਉਹਨਾਂ ਨੇ ਸਾਨੂੰ ਨਾ ਚਲੋ ਕਿ ਫੈਸਲਾ ਕਰ ਲਿਆ ਕਿ ਅਸੀਂ ਤੁਹਾਨੂੰ ਵਾਪਸ ਭੇਜਾਂਗੇ। ਉਹਨੇ ਨਾ ਸਾਨੂੰ ਕਿਤੇ ਅੱਧੇ ਰਾਤ, ਜਦੋਂ ਪੁਲਿਸ ਆਈ ਨਾ, ਈਰਾਨ ਦੀ ਪੁਲਿਸ ਆਈ। ਅੱਛਾ ਠੀਕ ਹੈ। ਉਹ ਏਜੰਟਸ, ਉਹਨਾਂ ਨੇ ਜਿਹੜੇ ਈਰਾਨ ਦੇ ਏਜੰਟ, ਹਾਂਜੀ, ਗੱਡੀ ਛੱਡ ਕੇ ਭੱਜ ਗਏ ਉੱਥੋਂ। ਤੇ ਹਾਂਜੀ, ਉਹ ਕੋਈ ਯਾਨੀ ਕਿ ਮੇਰੇ ਵਕਤ ਕੁਝ 3-4 ਡਿੱਗੀਆਂ ਦੇ ਵਿੱਚ ਫਸਾਏ ਹੋਏ ਸੀ ਉਹਨਾਂ ਨੂੰ। ਠੀਕ ਹੈ। ਕੋਈ ਸਾਹ ਸੂਹ ਦਾ ਨਹੀਂ ਆਉਂਦਾ ਸੀਗਾ, ਕੋਈ ਆਕਸੀਜਨ ਨਹੀਂ ਆਉਂਦੀ ਸੀਗੀ, ਸਾਹ ਮਸਲਾ ਬਣ ਜਾਂਦਾ ਸੀਗਾ। ਅੱਛਾ, ਉਹ ਗੱਡੀ ਕਿੱਦਾਂ ਦੀ ਸੀਗੀ? ਗੱਡੀ ਜਿਹਦੀ ਜਿੱਦਾਂ ਪੁਰਾਣੇ ਦਾਦੇ ਦੀ ਦੌਰ ਦੀ, ਪੁਰਾਣਾ ਮਾਡਲ ਸੀ, ਪੁਰਾਣੇ ਮਾਡਲ। ਠੀਕ ਹੈ। ਨਹੀਂ, ਉਹ ਗੱਡੀ ਕਹਿਣ ਦਾ ਮਤਲਬ ਆ ਕਿ ਆਕਾਰ ਸੀਗੀ ਜਾਂ ਕੋਈ ਕੈਰੀ ਡੱਬਾ ਸੀ ਜਾਂ ਕੋਈ ਵੱਡੀ ਗੱਡੀ ਸੀ? ਨਹੀਂ, ਇਹ ਜਿੱਦਾਂ ਆਮ ਗੱਡੀ, ਆਮ ਛੋਟੀ ਗੱਡੀ। ਛੋਟੀ ਗੱਡੀ ਦੇ ਵਿੱਚ। ਠੀਕ ਹੈ। ਉਹਦੇ ਚ ਯਾਨੀ ਕਿ 5-7 ਲੋਕ ਆ ਸਕਦੇ? ਹਾਂਜੀ, ਉਹਦੇ ਨਹੀਂ,
ਇਹ ਇੱਕ ਯਾਨੀ ਕਿ ਜੇਕਰ ਦੋ ਬੰਦੇ ਅੱਗੇ ਬੈਠ ਕੇ ਇੱਕ ਉਹਦੀ ਜਗ੍ਹਾ ਤੇ ਉਹਨਾਂ ਨੇ ਤਿੰਨ ਅੱਗੇ ਬਿਠਾਏ ਹੋਏ ਸੀਗੇ, ਠੀਕ ਹੈ, ਥੱਲੇ ਬਿਠਾਏ ਸੀਗੇ ਨੀਚੇ, ਤੇ ਪਿੱਛੇ ਕੋਈ 7-8 ਬੰਦੇ ਪਿੱਛੇ ਬਿਠਾਏ ਸੀਗੇ, 3 ਬੰਦੇ ਡਿੱਗੀ ਦੇ ਵਿੱਚ ਵਾੜੇ ਸੀ, ਤਕਰੀਬਨ 12-13 ਬੰਦੇ ਉਹਨਾਂ ਨੇ ਵਿੱਚ ਗੱਡੀ 'ਚ ਵਾੜੇ ਹੋਏ ਸੀਗੇ। ਜਾਣ ਲੱਗੇ ਸਾਨੂੰ ਉਹਨਾਂ ਨੇ ਪੁਲਿਸ ਵਾਲਿਆਂ ਨੇ ਪੁੱਛਿਆ ਕੋਈ ਕਿੱਥੇ ਜਾ ਰਿਹਾ, ਕੀ ਕਰਦੇ ਕੀ ਨਹੀਂ। ਵਾਪਸੀ ਆਣ ਲੱਗੇ ਪੁਲਿਸ ਵੀ ਨਾਲ ਢੱਲ ਗਈ, ਪੁਲਿਸ ਨੇ ਸਾਨੂੰ ਥਾਣੇ ਲੈ ਗਿਆ। ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਨਾ ਆਰਾਮ ਦੀ ਪੁਲਿਸ ਨੇ ਉਹਨਾਂ ਨੇ ਜਦੋਂ ਹੱਥ ਕੜੀ ਲਾਈ ਹੈ, ਮੇਰੇ ਵੀ ਸਾਧਨ ਲਾਈ ਆ, ਉਹ ਮੇਰੇ ਹੱਥ ਕੜੀ ਸੀਗੀ ਵੱਡੀ ਤੋਂ ਥੱਲੇ ਡਿੱਗ ਪਈ, ਤੇ ਉਹਨਾਂ ਨੇ ਫਿਰ ਮੇਰੇ ਪਿੱਛੇ ਰੱਸੀ ਪਾ ਕੇ ਨਾ ਉਹਨਾਂ ਨੇ ਬੰਨਤਾ, ਉਹਨਾਂ ਨੂੰ ਕਤਲ ਥਾਣੇ ਲੈ ਕੇ ਚੱਲ ਗਏ। ਉੱਥੇ ਫਿਰ ਅਸੀਂ ਗਿਆ ਨਾ, ਤਾਂ ਉਹਨਾਂ ਨੇ ਰਾਤ ਸਾਨੂੰ ਉੱਥੇ ਰੱਖਿਆ ਕਿ ਬੰਦ ਕਮਰਾ ਸੀਗਾ, ਏਸੀ ਚੱਲਦਾ ਪਿਆ ਸੀਗਾ, ਠੰਡ ਸੀਗੀ, ਤੇ ਕੋਈ ਉਹ ਜੇਲ੍ਹ ਸੀ ਉਹਨਾਂ ਦੀ? ਨਹੀਂ, ਥਾਣਾ ਸੀਗਾ ਇੱਕ, ਜਿੱਦਾਂ ਕਮਰਾ ਸੀਗਾ ਉਹਦੇ ਵਿੱਚ ਬੰਦੇ। ਅੱਛਾ, ਉੱਥੇ ਕਿੰਨੇ ਕੁ ਬੰਦੇ ਉਸ ਕਮਰੇ 'ਚ ਆ ਸਕਦੇ? ਤਕਰੀਬਨ ਮੇਰੇ ਜੇਕਰ ਯਾਦ ਆਵੇ 20 ਕਿਉਂ। ਠੀਕ ਹੈ, ਵੀ ਪਾਕਿਸਤਾਨੀ ਅਫਗਾਨੀ ਸਾਰੇ ਮਿਕਸ ਸੀ? ਸਾਰੇ ਮਿਕਸ ਸੀ। ਠੀਕ ਹੈ, ਤੁਸੀਂ 4 ਪਾਕਿਸਤਾਨੀ ਸੀਗੇ? ਹਾਂਜੀ। ਠੀਕ ਹੈ, ਅੱਛਾ, ਫਿਰ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਉਹਦੇ ਤੋਂ ਬਾਹਰ ਆਏ? ਉਹ ਰਾਤ ਉੱਥੇ ਗੁਜ਼ਾਰੀ ਆ, ਤੇ ਉਹਨਾਂ ਨੇ ਨਾ ਸਾਨੂੰ ਠੰਡੇ ਵਾਲੇ ਕਮਰੇ 'ਚ ਰੱਖਿਆ ਸੀਗਾ। ਬੜੀ ਔਖੀ ਰਾਤ ਨਿਕਲੀ, ਯਾਨੀ ਕਿ ਸਾਡੇ ਵਾਸਤੇ ਕੋਈ ਅਜ਼ੀਅਤ ਰਾਤ, ਬਹੁਤ ਅਜ਼ੀਅਤ ਰਾਤ ਸੀ। ਸਾਰੀ ਗੱਲ ਹੈ, ਉਹ ਤੁਹਾਡੇ ਕੋਲ ਕੋਈ ਬਲੈਂਕਟ ਵਗੈਰਾ ਯਾਨੀ ਕਿ ਕੰਬਲ ਕੋਈ ਚਾਦਰ ਕੋਈ ਸ਼ੈ ਨਹੀਂ? ਕੁਛ ਨਹੀਂ ਦਿੱਤਾ। एसी चल रहा? हाँ जी, एसी चल रहा था, तो मौसम में ठंडा सीगा। नाजरीन, ये आप अलीम साहब की बातें सुन रहे हैं, ये हाल होता है, इसको बड़ी आप तफसील से सुने ताकि आपको जो है ना अंदाजा हो सके कि क्या कुछ होता है। आखिर में हम इनका तज्जिया भी लेंगे, ये इसके बारे में क्या राय रखते हैं अपनी, और इसके अखराजात के बारे में भी पूछेंगे। सारी तफसील से आप तक ये बात पहुंचाऊंगा, तो ये सारी बात आप तफसील से सुने, और कमेंट में हमें आपने लाजमी बताना है कि आपको इस वीडियो का कौन सा पार्ट जो है वो इस वीडियो के बारे में जो भी आपकी राय है वो लाजमी आपने बतानी है, ठीक है। तो अलीम साहब, फिर तुसी मैनू ये दसो कि तुसी किस तरह मतलब उत्थों बाहर आए, की डीलिंग हुई, की मामलात होए? ਉਹ ਭਾਈ ਫਿਰ ਨਾ ਉਹਨਾਂ ਨੇ ਨਾ ਸਾਨੂੰ ਕਿਨਾ ਕਹਿੰਦੇ ਆ, ਫਿਰ ਸਾਨੂੰ ਜੇਲ੍ਹ 'ਚ ਲੈ ਗਿਆ। ਸੁਬਾਹ ਹੋਈ ਆ ਤੇ ਸਾਨੂੰ ਜੇਲ੍ਹ 'ਚ ਲੈ ਗਿਆ ਵਾ, ਤੇ ਉਹ ਕਿਨਾ ਕਹਿੰਦੇ ਉੱਥੇ ਸਾਨੂੰ ਨਾ ਤਕਰੀਬਨ ਹਫ਼ਤਾ ਕੇ ਰੱਖਿਆ। ਉਹਨਾਂ ਨੇ ਕਿਹਾ ਕਿ ਆਪਣੇ ਕੋਲੋਂ ਪੈਸੇ ਪੂਸੇ ਮੰਗਾਓ, ਠੀਕ ਹੈ, ਤੇ ਪੈਸੇ ਪੂਸੇ ਮੰਗਾ ਕੇ ਕਹਿੰਦਾ ਫਿਰ ਤੁਹਾਨੂੰ ਅਸੀਂ ਪਾਕਿਸਤਾਨ ਛੱਡਾਂਗੇ, ਪਾਕਿਸਤਾਨ ਬਾਰਡਰ ਤੇ। ਉਸ ਤੋਂ ਬਾਅਦ ਜਿਹੜੇ ਹੈਗੇ ਉਹਨਾਂ ਨੇ ਅਸੀਂ ਘਰੋਂ ਪੈਸੇ ਪੂਸੇ ਮੰਗਵਾਏ, ਤੇ ਜਿੱਦਾਂ ਯਾਨੀ ਕਿ ਜਿੰਨੇ ਪੈਸੇ ਆਈ ਜਾ ਰਹੇ ਸੀ ਉਹਨਾਂ ਨੂੰ ਨਾ। ਕਿੰਨੇ ਪੈਸੇ ਤੁਹਾਡੇ ਕੋਲ ਮੰਗਵਾਉਂਦੇ ਸੀ ਉੱਥੇ? ਕੋਈ ਯਾਨੀ ਕਿ ਆਡੀਆ ਨਹੀਂ ਆ ਰਿਹਾ ਸੀਗਾ, ਤਕਰੀਬਨ ਮੰਗਵਾਈ ਜਾ ਰਹੇ ਸੀ, ਕੋਈ ਕਦੀ 20,000 ਕਦੀ 30,000 ਮੰਗਵਾਈ ਆ। ਬਾਰ ਉੱਥੇ ਹੀ ਮੌਜੂਦ ਸੀਗੇ ਤੁਸੀਂ? ਮੰਗਵਾਈ ਜਾ ਰਹੇ ਸੀਗੇ। ਉਸ ਤੋਂ ਬਾਅਦ ਜਦੋਂ ਉਹ ਅਸੀਂ ਜੇਲ੍ਹ 'ਚ ਨਿਕਲੇ ਨਾ, ਸਾਨੂੰ ਕੋਈ ਰੋਟੀ ਨਹੀਂ ਮਿਲਦੀ ਪਈ ਸੀਗੀ, ਯਾਨੀ ਕਿ ਪਲਾਸਟਿਕ ਦੇ ਚਾਵਲ ਜਿੱਦਾਂ ਮੂੰਹ 'ਚ ਪਾਏ ਨਹੀਂ ਚੱਬੇ ਜਾਂਦੇ ਸੀਗੇ। ਉਸ ਤੋਂ ਬਾਅਦ ਮੋਟੀ ਰੋਟੀ ਹੁੰਦੀ ਸੀਗੀ, ਜਿੱਦਾਂ ਕੁਬਜ਼ ਹੁੰਦਾ ਵਾ, ਉਹ ਚੱਬਿਆ ਨਹੀਂ ਜਾਂਦਾ ਸੀਗਾ। ਯਾਨੀ ਕਿ ਮੈਂ ਕਹਿੰਦਾ ਸੀ ਮੈਂ ਨਹੀਂ ਖਾਣਾ, ਉਹ ਕਹਿੰਦੇ ਤੈਨੂੰ ਖਾਣਾ ਪੈਣਾ। ਮਾਰਦੇ ਸੀਗੇ? ਨਹੀਂ, ਜੇਲ੍ਹ ਦੇ ਵਿੱਚ ਨਹੀਂ ਮਾਰਦੇ ਸੀਗੇ, ਲੇਕਿਨ ਜਦੋਂ ਕੋਈ ਜ਼ਿੱਦ ਕਰਦਾ ਸੀਗਾ ਤੇ ਉਹਨੂੰ ਨਾ ਮਾਰਦੇ ਸੀਗੇ ਕਿ ਤੈਨੂੰ ਖਾਣੀ ਪੈਣੀ ਹੈ। ਤੇ ਉਹ ਵਾਸ਼ਰੂਮ 'ਚ ਪਾਣੀ ਪੀਣਾ, ਵਾਸ਼ਰੂਮ 'ਚ ਨਹਾਣਾ, ਤੇ ਯਾਨੀ ਕਿ ਉੱਥੇ ਕੋਈ ਯਾਨੀ ਕਿ ਕੋਈ ਸਹੂਲਤ ਨਹੀਂ ਆ ਸੀ। ਸਹੀ। ਤੇ ਫਿਰ ਸਾਨੂੰ ਉਹਨਾਂ ਨੇ ਬੱਸ ਦੇ ਵਿੱਚ ਜਦੋਂ ਪੈਸੇ ਆਏ, ਸਾਨੂੰ ਬੱਸ 'ਚ ਭੇਜ ਕੇ ਉਹਨਾਂ ਨੇ ਸਾਨੂੰ ਬਲੋਚਿਸਤਾਨ ਲਾਇਆ। ਬਲੋਚਿਸਤਾਨ ਅੱਗੋਂ ਬਲੋਚਿਸਤਾਨ ਲੈ ਉਸ ਤੋਂ ਵੀ ਜ਼ਿਆਦਾ। नाज़रीन, ये उतों ईरान से ये वापस आ गए पाकिस्तान। बड़ी मुश्किल से वहाँ से इनको वापस आने दिया उन लोगों ने, ईरानियों ने। पैसे कई मरतबा इनके घरों से मंगवाए, फिर इनको वापस बलोचिस्तान भेजा, और फिर बलोचिस्तान वाले लोगों की क्या हडहरमी थी ये भी हम अलीम साहब की जुबानी सुनते हैं। जी अलीम साहब, की होया ਤੁਹਾਡੇ ਨਾਲ ਬਲੋਚੀ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਕਿਹਾ ਕਹਿੰਦਾ ਤੁਸੀਂ ਨਾਸ਼ਤਾ ਕਰੋ, ਤੇ ਬਿਸਕੁਟ ਲਿਆਂਦੇ ਉਹਨਾਂ ਨੇ, ਤੇ ਚਾਹ ਚੂਹ ਦਿੱਤੀ, ਚਾਵਲ ਦਿੱਤੇ, ਯਾਨੀ ਕਿ ਜਿੱਦਾਂ ਅਸੀਂ ਕਿਹਾ ਕਿ ਖਿਦਮਤ ਕਰਦੇ ਪਏ। ਤੇ ਜਦੋਂ ਰੱਖ ਲਓ, ਈਜ਼ੀ ਹੋ ਜਾਓ ਤੁਸੀਂ, ਕੋਈ ਮਸਲਾ ਨਹੀਂ। ਉਹ ਮੈਂ ਨਾ ਸਿਰਫ ਉਹ ਜਿਹੜੀਆਂ ਹੈਗੀਆਂ ਨਾ ਐਲੀਆਂ ਜਿਸਮ ਕ੍ਰੌਪ ਕਰਕੇ ਉਹ ਲਹਿਦਾ ਡੱਬਿਆਂ 'ਚ ਲੱਗਣੀਆਂ ਦੋਨੋਂ ਤਸਵੀਰਾਂ, ਇੱਕੋ ਸਟੇਜ ਨਹੀਂ ਲੱਗਣਾ। ਉਹ ਇਸ ਲਈ ਕੋਈ ਫਿਕਰ ਨਹੀਂ ਕਰੋ। ਅੱਛਾ, ਫਿਰ ਬਲੋਚਿਸਤਾਨ ਕੀ ਕੀਤਾ ਤੁਹਾਡੇ ਨਾਲ? ਕਿੰਨਾ ਕਹਿੰਦੇ
ਉਹਨਾਂ ਨੇ ਕਿਹਾ ਕਿ ਨਾ ਤੁਸੀਂ ਨਾਸ਼ਤਾ ਕਰੋ, ਖਾਓ ਪੀਓ। ਤੇ ਜਦੋਂ ਇੱਕ ਟਾਈਮ ਦਾ ਉਹਨਾਂ ਨੇ ਕਹਿੰਦਾ ਕਿ ਘਰੋਂ ਪੈਸੇ ਮੰਗਾਓ ਤੇ ਅਸੀਂ ਤੁਹਾਨੂੰ ਰੋਟੀ ਛੋਟੀ ਖਵਾਈ ਆ, ਤੇ ਉਹ ਇੱਕ ਨਾਸ਼ਤੇ ਦਾ ਉਹਨਾਂ ਨੇ ਸਾਡੇ ਕੋਲ 30,000 ਰੁਪਏ ਮੰਗਵਾ ਲਿਆ ਘਰੋਂ। ਓਏ ਹੋਏ ਹੋਏ। ਤੇ ਯਾਨੀ ਕਿ ਇੱਥੇ ਬਲੋਚੀਆਂ ਨੇ ਤੁਹਾਡੇ ਕੋਲੋਂ ਨਾਸ਼ਤਾ ਜ਼ਬਰਦਸਤੀ ਕਰਵਾ ਕੇ ਉਹਦੇ ਪੈਸੇ ਮੰਗਵਾ ਲਏ ਤੁਹਾਡੇ ਕੋਲ? ਉਹਦੇ ਕੋਲ ਪੈਸੇ ਮੰਗਵਾ ਲਏ। ਅੱਛਾ, ਉਹ ਨਾਸ਼ਤਾ ਵੀ ਜ਼ਬਰਦਸਤੀ ਕਰਵਾਇਆ ਤੁਹਾਨੂੰ? ਹਾਂਜੀ, ਜਦੋਂ ਉਹ ਮੈਂ ਪੈਂਟ ਸ਼ਰਟ ਪਾਈ ਸੀ ਹਾਂ। ਤੇ ਉਹ ਪੈਂਟ ਸ਼ਰਟ ਤੋਂ ਮਾਰਦੇ ਸੀਗੇ ਕਿ ਪੈਂਟ ਸ਼ਰਟ ਕਿਉਂ ਪਾਈ ਆ। ਤੇ ਫਿਰ ਮੈਂ ਨਾ ਉਹਦਾ ਮੇਰੇ ਕੋਲ ਸੂਟ ਤਾਂ ਹੈ ਨਹੀਂ ਸੀਗਾ, ਫਿਰ ਮੈਂ ਕਿਹਾ ਮੈਨੂੰ ਮੈਂ ਕੀ ਕਰਾਂ ਹੁਣ। ਉਹ ਮਾਰਦੇ ਸੀਗੇ ਤੇ ਪੈਂਟ ਸ਼ਰਟ ਤੋਂ ਚਾਲੂ ਸੀਗੇ ਕਿ ਪੈਂਟ ਸ਼ਰਟ ਕਿਉਂ ਪਾਈ। ਉਹਨਾਂ ਨੇ ਮੈਨੂੰ ਕੀ ਨਾ ਕਹਿੰਦੇ ਆ ਇਹ ਕੋਈ ਸ਼ੁਰੂਆਤ ਜੀ ਦਿੱਤੀ ਉਹ ਕਮੀਜ਼। ਉਹਨਾਂ ਨੇ ਕਿਹਾ ਕਹਿੰਦਾ ਤੂੰ ਆਹ ਪਾ ਲਾ। ਕੋਈ ਬੰਦਾ ਸੀਗਾ ਉੱਥੇ ਜਿੰਨਾ ਅੱਲਾ ਨੂੰ ਨਸੀਬ ਅੱਛੇ ਕਰੇ, ਤੇ ਉਹਨਾਂ ਨੇ ਦਿੱਤੀ ਜਦੋਂ, ਤੇ ਮੈਂ ਉਹ ਪਾਈ ਨਾ, ਤੇ ਫਿਰ ਉਹਨਾਂ ਨੇ ਜਾ ਕੇ ਤੇ ਹੱਥ ਰੋਕੇ ਤੇ ਉਹ ਮਾਰਦੇ ਪਏ ਸੀ ਪੈਪਾਂ ਨਾਲ ਮੈਨੂੰ ਕਿ ਪੈਂਟ ਸ਼ਰਟ ਲਾ, ਪੈਂਟ ਸ਼ਰਟ ਲਾ। ਤੇ ਉਸ ਤੋਂ ਬਾਅਦ ਫਿਰ ਨਾ ਕਿ ਨਾ ਕਹਿੰਦੇ ਉਹਦਾ ਦਾ ਕੋਈ ਵਡੇਰਾ ਆਇਆ, ਜੱਜ ਜਿੱਦਾਂ ਬਲੋਚੀਆਂ ਦਾ। ਹਾਂਜੀ, ਜੱਜ ਨਹੀਂ ਹੁੰਦਾ, ਉਹਦਾ ਕੋਈ ਵਡੇਰਾ ਹੁੰਦਾ ਵਾ, ਉਹਨਾਂ ਨੇ ਫੈਸਲਾ ਕਰਨਾ ਕਿ ਇਹਦਾ ਦਾ ਫੈਸਲਾ ਕਰੇ ਇਹਨਾਂ ਨੂੰ ਭੇਜਣਾ ਜਾਂ ਨਹੀਂ ਭੇਜਣਾ। ਤੇ ਉਹ ਕੀ ਨਾ ਕਹਿੰਦੇ ਆ ਵਡੇਰਾ ਆਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਵੀਜ਼ੇ ਤੇ ਆਏ ਕਿ ਬਗੈਰ ਵੀਜ਼ੇ ਤੋਂ ਆਏ, ਕਿ ਡੰਕੀ ਲੱਗ ਗਏ ਆਰਾਮ ਦੀ। ਅਸੀਂ ਕਿਹਾ ਵੀਜ਼ਾ ਲੱਗ ਗਿਆ। ਉਹ ਕਹਿੰਦੇ ਜਿੰਨੇ ਕਹਿਤਾ ਨਾ ਕਿ ਵੀਜ਼ਾ ਲਾ ਕੇ ਆਏ, ਠੀਕ ਹੈ, ਅਸੀਂ ਉਹਨੂੰ ਕੁੱਟਾਂਗੇ ਵੀ ਸੀ, ਅਸੀਂ ਤੁਹਾਨੂੰ ਅਣਜਾਣ ਨਹੀਂ ਦੇਣਾ। ਕਿ ਜੇਕਰ ਕਹਿਤਾ ਨਾ ਕਿ ਵੀਜ਼ਾ ਲਾ ਕੇ ਨਹੀਂ ਗਿਆ ਤੇ ਅਸੀਂ ਡੰਕੀ ਲਾਈ ਆ, ਤੂੰ ਹੱਥ ਖੜਾ ਕਰ ਲਵੇ। ਜਿਹਨੇ ਕਹਿਤਾ ਕਿ ਅਸੀਂ ਵੀਜ਼ਾ ਲਾ ਕੇ ਗਿਆ ਵਾ ਤੇ ਫਿਰ ਸਾਨੂੰ ਮਜਬੂਰੀ ਤੁਹਾਨੂੰ ਉੱਥੇ ਰੋਕਣਾ ਪੈਣਾ। ਅੱਛਾ, ਯਾਨੀ ਕਿ ਜਿਹੜਾ ਬੰਦਾ ਕਹੇਗਾ ਕਿ ਅਸੀਂ ਵੀਜ਼ਾ ਲਾ ਕੇ ਗਏ ਹਾਂ, ਹਾਂਜੀ, ਉਹਨੂੰ ਅਸੀਂ ਰੋਕ ਲਾਂਗੇ ਇੱਥੇ। ਹਾਂਜੀ, ਇਹ ਬਲੋਚੀਆਂ ਨੇ ਤੁਹਾਨੂੰ ਕਿਹਾ। ਹਾਂਜੀ। ਤੇ ਜਿਹੜਾ ਕਹੇਗਾ ਕਿ ਵੀ ਅਸੀਂ ਮਤਲਬ ਡੈਂਕੀ ਲਾਈ ਆ, ਹਾਂਜੀ, ਉਹਨੂੰ ਅਸੀਂ ਜਾਣਦੇ ਹਾਂ। ਹਾਂਜੀ। ਅੱਛਾ, ਤੇ ਉਹ ਫਿਰ ਅਸੀਂ ਕਿਹਾ ਕਿ ਅਸੀਂ ਡੰਕੀ ਲਾਈ ਆ, ਜਿੰਦੇ ਕੋਲ ਪਾਸਪੋਰਟ ਵੀ ਨਿਕਲਦਾ ਸੀ ਉਹਨੂੰ ਵੀ ਰੋਕ ਲੈਂਦੇ ਸੀਗੇ। ਅਸੀਂ ਕਿਹਾ ਕਿ ਅਸੀਂ ਡੰਕੀ ਲਾਈ ਆ, ਰਾਂਝੂ ਡੰਕੀ ਲਾਈ, ਤੇ ਫਿਰ ਉਹਨਾਂ ਨੇ ਸਾਡੀ ਜਾਨ ਛੁੱਟੀ। ਤੇ ਉਸ ਤੋਂ ਬਾਅਦ ਅਸੀਂ ਘਰ ਆਏ ਤੇ ਥੋੜਾ ਸਕੂਨ ਮਲਤਾਨ ਆਏ, ਤੇ ਉਸ ਤੋਂ ਜ਼ਿਆਦਾ ਸਕੂਨ ਆਇਆ ਘਰ ਆਏ। ਮੈਂ ਕਹਿੰਦਾ ਵਾ ਕਿ ਜਿੱਦਾਂ ਜ਼ਿੰਦਗੀ ਸਕੂਨ ਚ ਨਹੀਂ ਹੋ ਗਈ ਕਿ ਆਜ਼ਾਦ ਹੋ ਗਏ। ਮੇਰੇ ਜਿਹੜੇ ਹੱਥ ਸੀਗੇ ਬਿਲਕੁਲ, ਜਾਨੀ ਕਿ ਮੈਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਨਾਲ ਬਣੀਆਂ ਕੀ ਆ। ਕਿ ਮਹੀਨਾ ਡੇਢ ਮਹੀਨਾ ਕੋਈ ਜਾਨੀ ਕਿ ਕੋਈ ਚੱਜ ਦੀ ਰੋਟੀ ਨਹੀਂ ਖਾਧੀ, ਕਿ ਉਹਨਾਂ ਨੇ ਸਮਝਦੇ ਜਿਵੇਂ ਕੋਈ ਜਾਨਵਰ ਨਹੀਂ ਆ, ਕੋਈ ਡੰਗਰ ਆ ਉਹਨਾਂ ਨੂੰ, ਕਿ ਬਸ ਬੰਦਾ ਸਮਝਦੇ ਨਹੀਂ ਸੀਗੇ। ਮਾਰਨਾ ਆਪਣੇ ਪਾਕਿਸਤਾਨੀ ਜਿਹੜੇ ਹੈਗੇ ਆ ਬਲੋਚੀ ਨਹੀਂ ਸਮਝਦੇ ਆਪਾਂ ਨੂੰ, ਪੁੱਛਦੇ ਇਹ ਬੋਝੀਏ ਦਿੰਦੇ ਆ, ਇਹ ਤਾਂ ਬੰਦਾ ਨਹੀਂ ਸਮਝਦੇ। ਮੇਰੇ ਹਿਸਾਬ ਨਾਲ ਸਾਨੂੰ ਉੱਥੇ ਦੀ ਇੰਨੀ ਇੱਜ਼ਤ ਹੋਈ ਜਿੰਨੀ ਸਾਨੂੰ ਉਹਨਾਂ ਨੇ ਦਿੱਤੀ ਸੀ, ਇਹਨਾਂ ਨੇ ਦੇ ਦਿੱਤੀ ਸੀ। ਤੇ ਅਲੀਮ ਸਾਹਿਬ, ਬੜੀ ਦੁੱਖ ਭਰੀ ਤੇ ਬੜੀ ਮੁਸੀਬਤਾਂ ਭਰੀ ਤੁਹਾਡੇ ਨਾਲ ਇਹ ਸਾਰਾ ਸੀਨ ਪਾੜ ਚੱਲਿਆ, ਤੇ ਤੁਸੀਂ ਵੇਖਣ ਵਾਲੇ ਸਾਡੇ ਨਾਜ਼ਰੀਨ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਕਿਸ ਤਰ੍ਹਾਂ ਇਹਦੇ ਡੰਕੀ ਦੇ ਬਾਰੇ ਚ ਕੀ ਖਿਆਲ ਹੈ ਤੁਹਾਡਾ? ਨਹੀਂ, ਮੈਂ ਇਹੀ ਕਹਾਂਗਾ ਕਿ ਅਗਰ ਪਾਕਿਸਤਾਨ ਚ ਥੋੜੀ ਮਿਲਦੀ ਨਾ ਉਹ ਖਾ ਲਓ, ਲੇਕਿਨ ਕਦੀ ਡੰਕੀ ਨਾ ਲਾਓ, ਸਭ ਫੇਕ ਆ। ਜੇਕਰ ਤੁਸੀਂ ਜਿੰਨੇ ਪੈਸੇ ਤੁਸੀਂ ਉੱਥੇ ਭਰਨੇ ਉਨੀ ਦੇ ਤੁਹਾਡਾ ਵੀਜ਼ਾ ਅੱਛਾ ਹੋ ਜਾਣਾ। ਕਿ ਜੇਕਰ ਤੁਸੀਂ ਕਹੋਗੇ ਨਾ ਕਿ 4-5 ਲੱਖ ਦੇ ਵਿੱਚ ਤੁਹਾਨੂੰ ਉਹ ਡੰਕੀ ਲਵਾ ਦੇਣਗੇ, ਲੇਕਿਨ ਉਹ ਗਲਤ ਗੱਲ ਆ ਕਿ 4-5 ਲੱਖ ਦੀ ਤੁਹਾਨੂੰ ਡੰਕੀ ਲਵਾ ਦੇਣਗੇ, ਉਹ ਸਭ ਫੇਕ ਆ। ਜਿੰਨੇ ਤੁਸੀਂ ਉਹ 10 ਲੱਖ 12 ਲੱਖ ਤੁਹਾਨੂੰ ਤੁਸੀਂ ਉਹਨਾਂ ਨੂੰ ਦੇਣਾ ਵਾ, ਉਹ ਸਹੀ ਤਰੀਕੇ ਨਾਲ ਚੱਲ ਜਾਓ। ਤੇ ਮੈਂ ਵੀ ਪਹਿਲਾਂ ਕਰਨਾ, ਮੈਨੂੰ ਵੀ ਬੜੇ ਬੰਦੇ ਸਮਝਾਉਂਦੇ ਸੀਗੇ ਉਹ ਨਹੀਂ ਡੰਕੀ ਨਾ ਲਾਓ, ਡੰਕੀ ਨਾ ਲਾਓ, ਕਿ ਉੱਥੇ ਏਦਾਂ ਜੀਅ ਦਿੰਦੇ ਆ। ਮੈਂ ਕਿਸੇ ਦੀ ਗੱਲ ਨਹੀਂ ਮੰਨਦੀ, ਮੈਂ ਕਿਹਾ ਮੇਰਾ ਸ਼ੌਂਕ ਆ ਬਸ ਤੁਸੀਂ ਤੇ। ਲੇਕਿਨ ਜੋ ਸਮਝਾਉਂਦੇ ਸੀ ਦੋਸਤ ਸਹੀ ਸਮਝਾਉਂਦੇ ਸੀਗੇ ਕਿ ਡੰਕੀ ਨਹੀਂ ਲਾਉਣੀ ਚਾਹੀਦੀ, ਸਹੀ ਤਰੀਕੇ ਨਾਲ ਜਾਓ, ਆਪਣੇ ਪਾਕਿਸਤਾਨ 'ਚ ਕਾਰੋਬਾਰ ਕਰ ਲਓ, ਉਹ ਬਿਹਤਰ ਆ। ਲੇਕਿਨ ਉੱਥੇ ਡੰਕੀ ਲਾ ਕੇ ਨਾ ਜਾਓ, ਬਹੁਤ ਤੰਗ ਕਰਦੇ ਆ, ਬਹੁਤ ਤੰਗ ਕਰਦੇ ਆ। ਅਲੀਮ ਸਾਹਿਬ ਦੀਆਂ ਸਾਰੀਆਂ ਗੱਲਾਂ ਮੇਰੇ ਨਾਜ਼ਰੀਨ ਤੁਸੀਂ ਸੁਣ ਲਈਆਂ। ਅਲੀਮ ਸਾਹਿਬ ਨੇ ਆਪਣਾ ਐਨਾਲਾਈਜ਼ ਵੀ ਮਤਲਬ ਤੁਹਾਨੂੰ ਦੱਸ ਦਿੱਤਾ, ਆਪਣਾ ਖਿਆਲ ਵੀ ਦੱਸ ਦਿੱਤਾ ਹੈ ਕਿ ਵੀ ਇਹ ਡੈਂਕੀ ਨਹੀਂ ਹੁਣ ਲਾਉਣੀ ਚਾਹੀਦੀ। ਕੀ ਮਾਮਲਾ? ਅਲੀਮ ਸਾਹਿਬ, ਆਖਰੀ ਸਵਾਲ ਤੁਹਾਡੇ ਕੋਲ ਕਰਾਂਗੇ, ਤੁਸੀਂ ਇਹ ਦੱਸੋ ਕਿ ਟੋਟਲ ਖਰਚਾ, ਯਾਨੀ ਕਿ ਇਰਾਨ ਜਾ ਕੇ ਉੱਥੇ ਜਾ ਕੇ ਜ਼ਲੀਲ ਹੋ ਕੇ ਵਾਪਸ ਘਰ ਤੋਂ ਲੈ ਕੇ ਇਰਾਨ ਤੱਕ ਤੇ ਇਰਾਨ ਤੋਂ ਲੈ ਕੇ ਘਰ ਤੱਕ ਟੋਟਲ ਤੁਹਾਡਾ ਖਰਚਾ ਕਿੰਨਾ ਹੋਇਆ? ਕਦੀ ਐਸਟੀਮੇਟ ਲਾਇਆ ਤੁਸੀਂ? ਹਾਂਜੀ, ਅਜੇ ਤੱਕ ਮੈਂ ਤੇ ਲਾ ਹੀ ਰਿਹਾ ਵਾਂ
ਤੇ ਜਿਹੜੇ ਚੱਕੇ ਚੁੱਕੇ ਸੀਗੇ ਤਕਰੀਬਨ, ਜਿਹੜੇ ਮੇਰੇ ਆਪਣੇ ਜਮਾ ਪੂੰਜੀ ਸੀ ਮੈਂ ਉਹ ਤਾਂ ਸਾਰੇ ਲਾ ਬੈਠਾ, ਤਕਰੀਬਨ 5-6 ਲੱਖ ਰੁਪਏ ਸੀਗੇ ਜਿਹੜਾ ਮੈਂ ਲਾ ਬੈਠਾ। ठीक है। ਉਹਨਾਂ ਨੇ ਆ ਨਹੀਂ ਕਿਹਾ ਕਿ ਤੁਹਾਡੇ ਕੋਲ ਪੈਸੇ ਹੈ ਵੀ ਨਹੀਂ ਹੈ, ਉਹਨਾਂ ਨੇ ਕਿਹਾ ਤੁਸੀਂ ਘਰੋਂ ਮੰਗਵਾਣੇ ਆ, ਹਰ ਹਾਲ ਦੇ ਵਿੱਚ ਮੰਗਵਾਣੇ ਆ। ਤੇ ਅਜੇ ਤੱਕ ਤਕਰੀਬਨ ਮੈਂ ਲਾ ਹੀ ਰਿਹਾ ਵਾਂ ਕਿ ਮੇਰਾ ਉਹ ਫੈਸਲਾ ਗਲਤ ਸੀਗਾ, ਮੈਂ ਡੰਕੀ ਲਾ ਬੈਠਾ। ਤੁਹਾਨੂੰ ਕਿੰਨੀ ਦੇਰ ਹੋ ਗਈ ਉੱਥੋਂ ਆਇਆ ਨੂੰ? ਮੈਨੂੰ ਤਕਰੀਬਨ ਸਾਲ ਹੀ ਹੋ ਗਿਆ। ਤੇ ਸਾਲ ਤੱਕ ਤੁਸੀਂ ਅਜੇ ਤੱਕ ਉਹ ਕਰਜ਼ਾ ਉਹ ਲਾ ਰਹੇ ਹੋ, ਤੇ ਯਾਨੀ ਕਿ ਤੁਹਾਡਾ ਐਸਟੀਮੇਟਲੀ ਕੋਈ 8-9 ਲੱਖ ਰੁਪਏ ਤੇ ਲੱਗ ਹੀ ਗਿਆ ਹੋਣਾ ਨਾ। 5-6 ਲੱਖ ਰੁਪਏ ਤੇ ਤੁਸੀਂ ਲਾਇਆ, ਜਿਹੜੇ ਤੁਹਾਡੇ ਬਾਕੀ ਅਖਰਾਜਾਤ ਘਰੋਂ ਪੈਸੇ ਮੰਗਵਾਏ, ਕੋਈ ਇੱਥੇ ਆ ਕੇ ਅਖਰਾਜਾਤ ਹੋਏ, ਕੋਈ ਤੁਹਾਡੇ ਉੱਤੇ ਲੱਗੇ ਪੈਸੇ, ਓਵਰਆਲ ਅਗਰ ਅਸੀਂ ਦੇਖੀਏ ਤੇ ਇੰਨਾ ਤਾਂ ਨੁਕਸਾਨ ਹੋਇਆ। ਹਾਂਜੀ, ਇੰਨਾ ਨੁਕसान हो गया। ਤੇ नाज़रीन, अलीम साहब की आपने बातें सुनी, ये डंकी के हवाले से हमें बता रहे थे। तो ये मेरा ख्याल है, मेरा ज़ाती मशवरा है कि इलीगल तरीके से कोई भी यूरोप जाने की कोशिश ना करे। जो हालात हैं, ये ज़मीनी रास्ते से गए थे, इनके साथ जो भी मामलात हुए वो आपके साथ डिस्कस कर लिया है। तो जो आबी मामलात होते हैं, जो आबी रास्ते से जाते हैं, उनके साथ भी बहुत से ख़तरनाक मामलात होते हैं। तो इससे बेहतर यही है कि आप लीगल तरीके से जाएं। लीगल तरीके से भी इतने पैसे लग जाते हैं इन साइट्स पर जाने के लिए। तो उम्मीद है आपको ये वीडियो अच्छी लगी होगी। अगर आपको अच्छी लगी है तो कमेंट में लाजमी बताएं, दोस्तों के साथ शेयर कर दें, चैनल को सब्सक्राइब फॉलो कर दें। पाकिस्तान जिंदा।